ਆ ਕਿਸਾਨਾਂ ਦੇ ਧਰਨਿਆਂ ਦਾ ਮੈਂ ਠੋਕ ਕੇ ਵਿਰੋਧ ਕਰਦਾ ਮੋਦੀ ਜੀ। ਉਹ ਤੁਸੀਂ ਕਿਸੇ ਨੇ ਆਰਡੀਨੈਂਸ ਪੜਿਆ ਨਹੀਂ, ਉੱਠ ਕੇ ਤੁਰ ਪਏ ਆ ਸੜਕਾਂ ਦੇ ਉੱਤੇ ਧਰਨੇ ਲਾਉਣ। ਤੁਸੀਂ ਪੜਿਆ ਕਿਸੇ ਨੇ ਆਰਡੀਨੈਂਸ? ਉਹ ਇਹ ਤੁਹਾਡੇ ਫਾਇਦੇ ਦਾ ਏ, ਉਹ ਇਹ ਤੁਹਾਡੇ ਲਈ ਵਧਾਈਆਂ ਵਾਲੀ ਗੱਲ ਏ। ਕਿਸੇ ਨੂੰ ਪਤਾ ਕੁਝ ਹੈ ਹੀ ਨਹੀਂ। ਆ ਸੁਣੋ ਜਰਾ। बहुत बहुत बधाई देता। सही गल। किसान और ग्राहक के बीच हाँ जी, आ सुनियो। जो बिचौलिए होते हैं, जेड़े बचौलिए आड़तीए, जो किसानों की कमाई का बड़ा हिस्सा सारा हिस्सा तो ओही खा जाते सी। हाँ जी, उनसे बचाने के लिए उन्हां तो बचाउण वास्ते विधेयक लाए जाने ये ऑर्डिनेंस आया, आवश्यक थे। बहुत जरूरी सी। ये विधेयक हाँ जी, किसानों के लिए हाँ जी, रक्षा कवच बनकर ये के तुहाडे वास्ते रक्षा कवच है। आए। लेकिन कुछ लोग लेकिन जो लोग हाँ जी, दशकों तक जिन्होंने इन्ने साल राज किया, देश में शासन करते रहे, हाँ जी, तकलीफ उन्हां नूं आ सब तो ज्यादा। हाँ जी, देश पर राज किया है, हाँ जी, वो लोग उन्होंने है ना गुमराह किया। को इस विषय पर हाँ जी, भ्रमित करने ਤੁਹਾਨੂੰ भ्रमित किया जा रहा। किसानों से झूठ बोल रहे हैं। ਉਹ ਤੁਹਾਡੇ ਨਾਲ ਝੂਠ ਬੋਲਿਆ ਜਾ ਰਿਹਾ। साथियों, हैं, चुनाव के समय हाँ जी, किसानों को लुभाने के लिए हाँ जी, बड़ी बड़ी ओ, बातें करते बड़ी थे, बड़ी बातें करते हैं लिखित में करते थे, लिखित में, अपने घोषणा पत्र में अपने घोषणा पत्र में भी लिखते हैं। भूल जाते थे। बात च नहीं कोई भी चेते रखदा। आज जब हाँ जी, वही चीजें हाँ जी, जो इतने दशकों तक देश में राज करने वाले लोगों के मैनिफेस्टो में है, वही चीजें हाँ जी, भारतीय जनता पार्टी लेके आई है। सरकार कर रही है। हाँ जी, किसानों को समर्पित हाँ जी, हमारी ये सरकार कर रही है। हाँ जी, तो ये भांति भांति के भ्रम फैला रहे हैं। जे यही इन्हां सरकार ने कीता, तुसी भांति भांति के भ्रम फैला रहे हो। ਤੁਹਾਨੂੰ ਲੱਗਦਾ ਸਨੀ ਦਿਓਲ ਮੂਰਖ ਵਾ? ਉਹ ਜਿਹੜਾ ਕੀ ਨਾਂ ਉਹਦਾ ਇਹ ਆਪਣਾ ਇਹ ਦਲੇਰ ਮਹਿੰਦੀ, ਉਹਨੇ ਗਲਤ ਤੁਹਾਨੂੰ ਦੱਸਿਆ। ਤੁਸੀਂ ਭਾਂਤੀ ਭਾਂਤੀ के भ्रम फैला रहे हो। हैं? जिस एपीएमसी एक्ट को लेकर हाँ जी, सुन लो जरा। अब ये लोग राजनीति कर रहे हैं, ये राजनीति आ ਜਿਹੜਾ नन्नी शाह ने भी अस्तीफा देता ना। हाँ जी, बदलाव का विरोध कर रहे हैं। हाँ जी, उसी बदलाव की बात हाँ जी, इन लोगों ने अपने घोषणा पत्र में भी लिखी थी। लिखी थी। लेकिन अब जब हाँ जी, एनडीए सरकार ने ये बदलाव कर दिया है, इन्होंने सब ने लिखी थी। लोग हाँ जी, इसका विरोध करने पर, झूठ फैलाने पर, भ्रम फैलाने पर उतर आए हैं। सिर्फ विरोध के लिए सिर्फ विरोध पता किहड़ी गल्लों कीता जा रहा, पॉलिटिक्स कीती जा रही है। ਤੁਹਾਨੂੰ ਲੱਗਦਾ ਤੁਸੀਂ ਚੱਕ ਦੋ ਮੋਦੀ ਜੀ, ਕੋਈ ਪਰਵਾਹ ਨਹੀਂ ਕਰਨੀ। ਇਹਨਾਂ ਦੀ ਕਿਹੜੀ ਗੱਲ ਆ? ਇਹ ਤਾਂ ਤੁਹਾਡੀ ਕਿਸੇ ਵੀ ਗੱਲ ਦੇ ਨਾਲ ਸਹਿਮਤ ਨਹੀਂ ਹੁੰਦੇ। ਤੁਸੀਂ ਨਹੀਂ ਪਰਵਾਹ ਕਰਨੀ, ਚੱਕੋ ਤੁਸੀਂ, ਕੋਈ ਬਿੱਲ ਬੁੱਲ ਨਹੀਂ ਵਾਪਸ ਲੈਣਾ। ਆ ਸੁਣੋ ਜਰਾ, ਅੱਗੇ ਵੀ ਸੁਣਦੇ ਆ 1 ਮਿੰਟ। एक के बाद ਪਹਿਲਾਂ ਤੁਸੀਂ ਸਾਰੇ ਜਾਣੇ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਤੱਕ ਦਾ ਲਿਆ ਫੈਸਲਾ ਮੋਦੀ ਜੀ ਦਾ ਕਿਹੜਾ ਗਲਤ ਹੋਇਆ? ਨੋਟਬੰਦੀ ਕੀਤੀ, ਜੀਐਸਟੀ ਲਾਈ, ਨਵੇਂ ਤੋਂ ਨਵਾਂ ਕਾਨੂੰਨ ਲੈ ਕੇ ਆਏ, ਐਨਆਰਸੀ, ਸੀਏ, ਆ ਜਿੰਨਾ ਸਰਕਾਰੀ ਵਪਾਰ ਸੀ ਸਭ ਪ੍ਰਾਈਵੇਟ ਕੀਤਾ। ਪ੍ਰਾਈਵੇਟ ਦੇ ਵਿੱਚ ਸਹੂਲਤਾਂ ਪਤਾ ਕਿੰਨੀਆਂ ਹੁੰਦੀਆਂ? ਐਵੇਂ ਵਿਰੋਧ ਕਰਨ ਲੱਗ ਪੈਂਦੇ ਯਾਰ ਤੁਸੀਂ। ਇਕਨੋਮੀ, ਜੀਡੀਪੀ ਦੇਖੋ ਕਿੱਥੇ ਪਹੁੰਚਾਤੀ, ਪੂਰੇ ਦੇਸ਼ ਦੀ ਬੈਂਡ ਵਜਾਤੀ। ਚਲੋ ਛੱਡੋ, ਬਹੁਤ ਹੋ ਗਿਆ। ਹੁਣ ਮੈਂ ਦੱਸਦਾ ਕਿ ਇਹ ਆਰਡੀਨੈਂਸ ਦਾ ਕਿਸਾਨਾਂ ਨੂੰ ਕੀ ਫਾਇਦਾ ਤੇ ਪੰਜਾਬ ਕੀ ਬਣੂਗਾ। ਸੁਖਵੀਰ ਬਾਦਲ ਨੇ ਤਾਂ ਕੈਲੀਫੋਰਨੀਆ ਬਣਾਉਣਾ ਸੀ ਨਾ, ਮੋਦੀ ਜੀ ਬਿਹਾਰ ਬਣਾਉਣਗੇ। ਇਹ ਬਿਹਾਰ ਦੀ ਕਾਪੀ ਕੀਤੀ ਗਈ ਹੈ। सुनो जरा। कि बिहार का मुख्यमंत्री बनने के बाद, हाँ जी, अपने शुरुआती वर्षों में ही हाँ जी, नीतीश जी ने हाँ, बिहार में इस कानून को हटा दिया। हाँ जी, जो काम कभी बिहार ने करके दिखाया था, हाँ जी, आज देश उस रास्ते पर चल पड़ा। ਜਿਹੜਾ ਕੰਮ ਬਿਹਾਰ ਨੇ ਕਰਕੇ ਦਿਖਾਇਆ ਨਾ, ਉਹ ਸਾਰਾ ਦੇਸ਼ ਉਸੇ ਨਕਸ਼ੇ ਕਦਮ ਤੇ ਚੱਲੂਗਾ। ਉਹ ਪੰਜਾਬੀਓ, ਉਹ ਕਿਸਾਨੋ, ਉਹ ਭਈਓ, ਭਈਏ ਬਣਾ ਕੇ ਛੱਡਣਾ ਤੁਹਾਨੂੰ। ਆ ਜਿਹੜਾ
ਬਿਹਾਰੀ ਇੱਧਰ ਯੂਪੀ ਤੋਂ ਆਉਂਦੇ ਆ ਨਾ, ਇਹ ਉਧਰਲੇ ਕਿਸਾਨ ਸੀ। ਇਹ ਨਿਤਿਸ਼ ਜੀ ਨੇ ਨਾ ਉਹਨਾਂ ਨੂੰ ਭਈਏ ਬਣਾ ਕੇ ਰੱਖਤਾ। ਬਸ ਇਹ ਹਾਲ ਹੋਣਾ ਜੀ ਹੁਣ ਆਪਣਾ ਕਿਸਾਨਾਂ ਦਾ। ਮੋਦੀ ਜੀ ਵਾਹ ਵੀ ਵਾਹ। ਮੈਂ ਸੁਣਿਆ ਕਿ ਸ਼ਰਾਬ ਦੇ ਨਾਲ ਤਾਂ ਕਈਆਂ ਦੇ ਘਰ ਉਜਾੜ ਦਿੱਤੇ ਗਏ, ਪਰ ਤੇਰੀ ਚਾਹ ਨੇ ਤਾਂ ਹਾਕਮਾਂ ਪੂਰਾ ਦੇਸ਼ ਹੀ ਉਜਾੜਤਾ ਕਿ ਨਹੀਂ ਵੀਰੋ। ਬਈਏ ਬਣਾ ਦਊਗਾ ਹੁਣ ਪੰਜਾਬ ਨੂੰ, ਕਿਉਂਕਿ ਉੱਥੇ ਮੰਡੀਕਰਨ ਖਤਮ ਹੋ ਗਿਆ। ਇੱਕ ਦੇਸ਼ ਇੱਕ ਬੋਲੀ, ਇੱਕ ਦੇਸ਼ ਇੱਕ ਮੰਡੀ। ਵਾਹ ਬਈ ਵਾਹ। ਪਰ ਇੱਕ ਗੱਲ ਹੈਗੀ ਆ ਮੋਦੀ ਜੀ, ਆ ਪੰਜਾਬ ਦੀ ਜਨਤਾ ਨੇ ਤੁਹਾਨੂੰ ਨਾ ਪੰਜਾਬੀ ਦੇ ਵਿੱਚ ਟਵੀਟ ਕਰਨ ਤੇ ਮਜਬੂਰ ਕਰਤਾ। ਹੁਣ ਮੈਂ ਦੱਸਦਾ ਵੀਰੋ, 3 ਆਰਡੀਨੈਂਸ ਲੈ ਕੇ ਆਏ ਵੀਰੋ, ਜਿਹਦੇ ਵਿੱਚ MSP ਦਾ ਕਿਤੇ ਕੋਈ ਜ਼ਿਕਰ ਨਹੀਂ ਹੈਗਾ। ਤੇ ਮੋਦੀ ਜੀ ਟਵੀਟ ਕਰਕੇ ਕਹਿੰਦੇ ਨੇ ਕਿ ਇਹ ਆਰਡੀਨੈਂਸ ਕਿਸਾਨਾਂ ਦਾ ਸ਼ਕਤੀਕਰਨ ਕਰ ਦੇਵੇਗਾ, ਬਹੁਤ ਸੁਨਿਸ਼ਚਿਤ ਕਰ ਦੇਵੇਗਾ ਆਮਦਨ ਤੇ। ਵਾਹ, ਵੈਰੀ ਗੁੱਡ। ਤਾਂ ਫਿਰ ਤੁਸੀਂ ਚੌਥਾ ਵੀ ਆਰਡੀਨੈਂਸ ਲੈ ਕੇ ਆਓ ਮੋਦੀ ਜੀ, ਕਿ ਜਿਹਦੇ ਵਿੱਚ ਕਿਤੇ ਵੀ ਕੋਈ ਮੰਡੀਕਰਨ ਦਾ ਕੋਈ ਭੋਗ ਨਾ ਪਵੇ ਤੇ MSP ਤੋਂ ਥੱਲੇ ਕੋਈ ਖਰੀਦ ਨਾ ਹੋਵੇ, ਨਾ ਸਰਕਾਰੀ ਤੇ ਨਾ ਪ੍ਰਾਈਵੇਟ। ਤੇ ਜਿਹੜੀਆਂ 23 ਫਸਲਾਂ ਤੁਸੀਂ MSP ਦੇ ਅੰਡਰ ਰੱਖੀਆਂ, ਉਹਨਾਂ ਦੇ ਵਿੱਚ ਹੋਰ ਵੀ ਫਸਲਾਂ ਸ਼ਾਮਲ ਕਰੋ। ਮੈਨੂੰ ਲੱਗਦਾ ਕਿ ਸ਼ਾਇਦ ਇਹ ਕਿਸਾਨਾਂ ਨੂੰ ਤੁਹਾਡਾ ਚੌਥਾ ਆਰਡੀਨੈਂਸ ਪਸੰਦ ਵੀ ਆਵੇਗਾ। ਬਾਕੀ ਰਹਿ ਗਈ ਵੀਰੋ, ਅੱਜ ਮੈਂ ਤਾਂ ਆਇਆ ਕਿ ਇਹ ਧਰਨੇ ਜੋ ਲੱਗੇ ਆ ਜਾਂ ਲੱਗ ਰਹੇ ਨੇ, ਚਲੋ ਬਹੁਤ ਵਧੀਆ ਗੱਲ ਏ, ਪਰ ਪਲੀਜ਼ ਮੇਰੀ ਸਾਰਿਆਂ ਦੇ ਅੱਗੇ ਇੱਕੋ ਹੀ ਬੇਨਤੀ ਆ ਕਿ ਇਹਨੂੰ ਤੁਸੀਂ ਸ਼ਾਂਤਪੂਰਵਕ ਕੰਮ ਕਰਨਾ, ਕਿਉਂਕਿ NRC ਦਾ ਲੱਗਾ ਹੀ ਬਰਗਾੜੀ ਕਾਂਡ ਵੀ ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਦੇ ਹੀ ਬੰਦਿਆਂ ਨੇ ਵਿੱਚ ਖਰਾਬੀ ਕਰਨੀ ਹੈ। ਪਲੀਜ਼ ਤੁਸੀਂ ਸਾਰੇ ਵੀਰਾਂ ਨੇ ਉਹਦੇ ਤੋਂ ਬਚਾਅ ਰੱਖਣਾ। ਤੇ ਬਾਕੀ ਰਹਿ ਗਈ ਗੱਲ, ਇਸ ਚੀਜ਼ ਦਾ ਹੱਲ ਵੀ ਬਹੁਤ ਸਿੰਪਲ ਹੈਗਾ। ਆਪਾਂ ਧਰਨਿਆਂ ਤੋਂ ਬਗੈਰ ਵੀ ਇਸ ਚੀਜ਼ ਦਾ ਮਸਲਾ ਹੱਲ ਕੱਢ ਸਕਦੇ ਆ, ਉਹ ਵੀ ਤੁਹਾਨੂੰ ਮੈਂ ਦੱਸਦਾ ਕਿੱਦਾਂ। ਪਰ ਪਹਿਲਾਂ ਇਹਦੇ ਪਿੱਛੇ ਬੜੀ ਤਗੜੀ ਪੋਲਿਟਿਕਸ ਵੀ ਹੋ ਰਹੀ ਆ ਵੀਰ ਮੇਰਿਓ, ਬਹੁਤ ਤਗੜੀ। ਕਿਉਂਕਿ ਇੱਕ ਗੱਲ ਤੁਸੀਂ ਸਾਰੇ ਜਾਣੇ ਮੇਰੀ ਧਿਆਨ ਨਾਲ ਸੁਣ ਲਓ, ਆ ਜਿੰਨੀ ਸਿਆਸੀ ਪਾਰਟੀਆਂ ਹੈ ਨਾ, ਇਹਨਾਂ ਨੇ 2022 ਲਈ ਆਪਣਾ ਵੋਟ ਬੈਂਕ ਤਗੜਾ ਕਰਨਾ ਏ। ਜਿੱਦਾਂ ਕਿ ਅਕਾਲੀ ਦਲ ਨੇ ਵੀ ਚਲੋ ਯੂ ਟਰਨ ਮਾਰਤਾ ਕਿ ਨਹੀਂ ਜੀ, ਚਲੋ ਖੈਰ ਵਧੀਆ ਗੱਲ ਏ। ਪਰ ਇੱਕ ਗੱਲ ਮੈਨੂੰ ਕਾਂਗਰਸੀਆਂ ਦੀ ਵੀ ਸਮਝ ਨਹੀਂ ਆਈ। ਆ ਮੋਰਚੇ ਲੱਗ ਰਹੇ ਆ 3-4 ਦਿਨ ਹੋ ਗਏ, ਕਾਂਗਰਸੀ ਯੂਥ ਦਿੱਲੀ ਨੂੰ ਕੂਚ ਕਰਦਾ ਜੀ, ਤੇ ਉਹਨਾਂ ਦੇ ਕੋਲ ਕੋਈ ਬੈਗ ਨਹੀਂ, ਕੋਈ ਲੀੜਾ ਲੱਪਾ ਨਹੀਂ, ਠੀਕ ਆ ਜੀ। ਕੋਈ ਮਹਿੰਗਾ ਟਰੈਕਟਰ ਨਹੀਂ ਫੂਕਿਆ, 20-30 ਹਜ਼ਾਰ ਦਾ ਆਇਸ਼ਾ ਟਰੈਕਟਰ ਨੂੰ ਅੱਗ ਲਾ ਕੇ ਆ ਗਏ, ਉਹ ਵੀ ਪੂਰੇ ਫਿਲਮੀ ਅੰਦਾਜ਼ ਦੇ ਵਿੱਚ ਕਿ ਨਹੀਂ ਜੀ। ਤੇ ਕੱਲ ਬੈਂਸ ਸਾਹਿਬ ਨੇ ਵੀ ਕਾਫਲਾ ਕੱਢ ਦਿੱਤਾ, ਦਿੱਲੀ ਨੂੰ ਕੂਚ ਕਰਤਾ ਬੰਬੂ ਕਾਟ ਤੇ। ਚਲੋ ਉਦਾਂ ਵਧੀਆ ਬੰਦਾ ਬੋਲਦਾ, ਪਰ ਉਹਨਾਂ ਦੇ ਕੋਲ ਵੀ ਕੋਈ ਬੈਗ ਨਹੀਂ, ਕੋਈ ਲੀੜਾ ਲੱਪਾ ਨਹੀਂ, ਕੋਈ ਮੋਟਰਸਾਈਕਲ ਨਾਲ ਟਰੰਕ ਨਹੀਂ ਬੰਨਿਆ। ਉਹ ਕੱਲੇ ਝੱਗੇ ਤੇ ਪਜਾਮੇ ਦੇ ਨਾਲ ਹੀ ਤੁਸੀਂ ਇੰਨੇ ਦਿਨ ਮੋਰਚਾ ਲਾ ਲੈਣਾ ਦਿੱਲੀ ਜਾ ਕੇ। ਉਹ ਕਮ ਸੇ ਕਮ ਕੱਛੇ ਦਾ ਕੋਲ ਰੱਖ ਲਓ, ਵਾਟਰ ਕੈਨਨ ਦੇ ਨਾਲ ਨਹਾ ਤਾਂ ਲਓਗੇ, ਕੱਛੇ ਦਾ ਬਦਲ ਲਓਗੇ, ਗਿੱਲੇ ਤਾਂ ਨਾ ਰਹਿਣਗੇ। ਚਲੋ ਖੈਰ, ਹੁਣ ਤਾਂ ਨਾ ਵੀਰ ਮੇਰਿਓ, ਇੱਕ ਗੱਲ ਮੈਂ ਤੁਹਾਨੂੰ ਕਹਿ ਕੇ ਚੱਲਾਂ ਅੱਜ, ਜਿਹਦੇ ਕਰਕੇ ਮੈਂ ਆਇਆ, ਕਿ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਤੁਸੀਂ ਧਰਨਾ ਲਾਉਣਾ, ਇਹਨੂੰ ਪੂਰਾ ਸ਼ਾਂਤਪੂਰਵਕ ਲਾਉਣਾ। ਇਹਦੇ ਵਿੱਚ ਸ਼ਰਾਰਤ ਕਰ ਸਕਦੇ ਆ, ਜਿੱਦਾਂ ਤੁਸੀਂ ਨੋਟ ਕਰ ਲਓ ਕਿ ਬਰਗਾੜੀ ਕਾਂਡ ਤੇ ਕੀ ਹੋਇਆ, NRC ਤੇ ਜਿੰਨੇ ਵੀ ਪ੍ਰੋਟੈਸਟ ਅੱਜ ਤੱਕ ਹੋਏ, ਸਰਕਾਰ ਨੇ ਚੁਕਾਏ ਕਿੱਦਾਂ, ਉਸ ਚੀਜ਼ ਵੱਲ ਧਿਆਨ ਰੱਖਣਾ। ਤੇ ਸਭ ਤੋਂ ਅੱਗੇ ਸਾਰੇ ਵੀਰਾਂ ਨੂੰ ਬੇਨਤੀ ਆ, ਸਾਰਿਆਂ ਨੂੰ ਕਿਸਾਨ ਵੀਰਾਂ ਨੂੰ, ਕਿ ਆਪਣੇ ਜਿਹੜੇ ਲੀਡਰ ਵਾ ਇਹਨਾਂ ਨੂੰ ਅੱਗੇ ਲਾਓ ਯਾਰ। ਉਹ ਸਭ ਤੋਂ ਪਹਿਲਾਂ, ਹੁਣ ਤਾਂ ਦੇਖੋ ਮੋਦੀ ਸਰਕਾਰ ਨੇ ਵੀ ਕਹਿਤਾ ਹਨਾ ਕਿ ਓਪਨ ਮਾਰਕੀਟ ਜਿੱਥੇ ਮਰਜ਼ੀ ਵੇਚੋ, ਸਭ ਤੋਂ ਅੱਗੇ ਟਰਾਲੀ ਲਾਓ ਜੀ, ਉਹਦੇ ਵਿੱਚ 1-2 ਮਾਣੇ ਪਾ ਲਓ ਕਣਕ, ਉਹਦੇ ਉੱਤੇ ਬਿਠਾਓ ਸੁਖਬੀਰ ਸਿੰਘ ਬਾਦਲ ਨੂੰ, ਨਾਲ ਬੈਠਾ ਹੋਵੇ ਸਨੀ ਦਿਓਲ, ਨਲਕਾ ਪੱਟਣ ਵਾਲਾ 2.5 ਕਿਲੋ ਦਾ ਹੱਥ,
ਦੇਖਿਓ ਸਭ ਤੋਂ ਅੱਗੇ ਟਰਾਲੀ ਉਹਦੀ ਲਾਓ ਸੂਕਦੀ ਜਾਵੇ, ਪਿੱਛੇ ਆਵੇ ਕੈਪਟਨ ਸਾਹਿਬ, ਪਿੱਛੇ ਟਰਾਲੀ ਕੈਪਟਨ ਸਾਹਿਬ 5911 ਤੇ ਨਾਲ ਬੈਠਾ ਹੋਵੇ ਸਿੱਧੂ ਮੂਸੇ ਵਾਲਾ, ਦੇਖਿਓ ਤਾਂ ਫਿਰ ਕਿੱਦਾਂ ਬੰਬੀਹਾ ਬੋਲਦਾ, ਤੇ ਨਾਲ ਹੋਵੇ ਪੁਲਿਸ ਫੋਰਸ, ਹਰ ਇੱਕ ਨੇ ਹੱਥ 'ਚ ਫੜੀ ਹੋਵੇ ਇਦਾਂ ਫੱਟੀ ਕਿ ਮੈਂ ਵੀ ਹਾਂ ਹਰਜੀਤ ਸਿੰਘ। ਦੇਖਿਓ ਉਸ ਤੋਂ ਪਿੱਛੇ ਲਾਓ ਜੀ ਆਪਣਾ ਭਗਵੰਤ ਮਾਨ ਨੂੰ, ਇਹਨੂੰ ਤਾਂ ਚਾਹੇ ਸਵਰਾਜ ਟਰੈਕਟਰ ਤੇ ਹੀ ਬਿਠਾ ਦਈਓ ਕਿ ਨਹੀਂ ਜੀ। ਤੇ ਰਹਿ ਗਿਆ ਖਹਿਰਾ, ਬੈਂਸ, ਸਿੱਧੂ, ਠੀਕ ਆ ਜੀ, ਉਹ ਇਹ ਤਾਂ ਹਿੰਦੁਸਤਾਨ ਤੇ ਬਿਠਾ ਕੇ ਤੁਸੀਂ ਤੋੜ ਦੋ, ਕੋਈ ਗੱਲ ਨਹੀਂ, ਪਰ ਇਹਨਾਂ ਨੂੰ ਅੱਗੇ ਲਾਓ ਵੀਰੋ, ਕਿਉਂਕਿ ਇਹਨਾਂ ਨੇ ਸਾਰਿਆਂ ਨੇ ਹਨਾ ਕੇਂਦਰ ਦੇ ਹੱਕ ਦੇ ਵਿੱਚ ਹੀ ਭੁਗਤਾਨ ਕਰਨਾ, ਸਭ ਨੇ, ਹਰ ਕੋਈ ਆਪਣਾ ਪੋਲੀਟੀਕਲ ਅੱਗੇ ਦੀ ਜਾਣੀ ਹੈ ਨਾ ਪੱਧਰਾ ਕਰਦਾ ਪਿਆ ਇਸ ਪ੍ਰੋਟੈਸਟ ਦੇ ਵਿੱਚ। ਪਲੀਜ਼ ਮੇਰੀਆਂ ਗੱਲਾਂ ਬਹੁਤ ਕੌੜੀਆਂ ਲੱਗਣੀਆਂ, ਮੈਂ ਤਦੇ ਹੀ ਨਹੀਂ ਆਉਂਦਾ ਪਿਆ। ਅੱਜ ਸਿਰਫ ਮੈਂ ਤੁਹਾਨੂੰ ਕਿਸਾਨ ਵੀਰਾਂ ਨੂੰ ਮੈਸੇਜ ਦੇਣ ਆਇਆ ਕਿ ਇਹੋ ਜੇ ਕੋਈ ਵੀ ਵਾਇਲੈਂਟ ਤੋਂ ਬਚਿਓ, ਕੋਈ ਵੀ ਉੱਥੇ ਸ਼ਰਾਰਤੀ ਅਨਸਰਾਂ ਤੋਂ ਬਚਿਓ, ਇਹ 'ਚ ਤੁਸੀਂ ਬਚਾ ਕਰਨਾ। ਤੇ ਆ ਜਿਹੜੇ ਚਵਲ ਜੇ ਸੋਚਦੇ ਆ ਨਾ ਕਿ ਤੁਸੀਂ ਮੇਰਾ ਪੇਜ ਪੂਜ ਬੰਦ ਕਰਵਾ ਕੇ ਤੇ ਤੁਸੀਂ ਸੋਚਦੇ ਆ ਕਿ ਬਹੁਤ ਵੱਡਾ ਮੋਰਚਾ ਮਾਰ ਲਿਆ, ਉਹ ਮੈਂ ਖੁਦ ਹੀ ਨਹੀਂ ਆ ਰਿਹਾ, ਕਿਉਂਕਿ ਮੈਨੂੰ ਬਹੁਤੀ ਸੈਂਸ ਨਹੀਂ ਹੈਗੀ ਗੱਲ ਕਰਨ ਦੀ, ਅਜੇ ਮੈਂ ਸਿੱਖਦਾ ਪਿਆ। ਤੇ ਆ ਤੁਹਾਡੇ ਇਹਨਾਂ ਚੀਜ਼ਾਂ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਮੈਂ ਖੁਦ ਹੀ ਨਹੀਂ ਬੋਲਦਾ, ਕਿਉਂਕਿ ਮੇਰੀਆਂ ਗੱਲਾਂ ਕਿਸੇ ਨੂੰ ਪਸੰਦ ਨਹੀਂ ਆਉਂਦੀਆਂ। ਤੇ ਰਹਿ ਗਈ ਗੱਲ ਖਾਮੋਸ਼ ਹਾਂ, ਤੇ ਮੇਰੇ ਚਿਹਰੇ ਦੀ ਖਾਮੋਸ਼ੀ ਤੇ ਨਾ ਜਾਈਓ, ਸਵਾਦ ਦੇ ਥੱਲੇ ਹਮੇਸ਼ਾ ਅੱਗ ਦੱਬੀ ਹੁੰਦੀ ਆ। ਚਲੋ ਖੈਰ ਕੋਈ ਗੱਲ ਨਹੀਂ, ਸਾਰੇ ਵੀਰਾਂ ਨੂੰ ਬੇਨਤੀ ਆ ਕਿ ਦੇਖੋ ਇਹਦੇ ਨਾਲ ਕੱਲਾ ਕਿਸਾਨ ਨਹੀਂ ਮਰਨਾ, ਸਾਰੇ ਦਾ ਸਾਰਾ ਵਪਾਰ ਮਰਨਾ, ਸਾਰਾ ਟੋਟਲੀ। ਇਸ ਲਈ ਇਹਨਾਂ ਲੀਡਰਾਂ ਨੂੰ ਸਭ ਤੋਂ ਅੱਗੇ ਲਾਓ, ਕਿਉਂਕਿ ਜੇ ਕਿਸਾਨ ਖਤਮ, ਸਿਰੀ ਭਈਆ ਮਜ਼ਦੂਰ ਖਤਮ, ਮੰਡੀਆਂ ਖਤਮ, ਤੇ ਆੜਤੀਏ, ਅਕਾਊਂਟੈਂਟ, ਪੱਲੇਦਾਰ ਖਤਮ, ਕੰਟਰੈਕਟ ਫਾਰਮਿੰਗ ਦੇ ਨਾਲ ਹਨਾ ਸਿੱਧਾ ਹੀ ਵੱਡੇ ਫਾਰਮਾਂ ਤੋਂ ਮਾਲ ਸਿੱਧਾ ਹੀ ਫੈਕਟਰੀਆਂ 'ਚ ਜਾਊਗਾ, ਤੇ ਛੋਟੀ ਇੰਡਸਟਰੀ ਖਤਮ, ਫੈਕਟਰੀਆਂ ਤੋਂ ਪੈਕ ਹੋ ਕੇ ਮਾਲ ਸਿੱਧਾ ਹੀ ਮੌਲਾਂ ਦੇ ਵਿੱਚ, ਸੁਪਰ ਸਟੋਰਾਂ ਦੇ ਵਿੱਚ ਜਾਊਗਾ, ਤਾਂ ਆਮ ਦੁਕਾਨਦਾਰ ਖਤਮ, ਕਿਸਾਨਾਂ ਦੀ ਜੇ ਮਾਲਕੀ ਖਤਮ, ਤੇ ਟਰੈਕਟਰ ਵਿਹਲੇ, ਤੇ ਜਿਹੜੇ ਇਹ ਸੰਦ ਬਣਾਉਂਦੇ ਨੇ, ਮੁਰੰਮਤ ਕਰਦੇ ਨੇ, ਇਹ ਸਾਰੇ ਹੀ ਖਤਮ। ਜਦੋਂ ਸਾਰਾ ਕੁਝ ਹੀ ਪ੍ਰਾਈਵੇਟ ਹੋ ਜਾਊਗਾ ਨਾ, ਤਾਂ ਸਰਕਾਰੀ ਅਹੁਦਿਆਂ ਦੇ ਉੱਤੇ ਬੈਠੇ ਬਾਬੂ ਵੀ ਖਤਮ। ਇਹ ਖਤਮ ਵਾਲੀ ਲਾਈਨ ਏਡੀ ਕੁ ਵੱਡੀ ਆ, ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਵੀਰਾਂ ਨੂੰ ਕਿ ਕਿਸਾਨਾਂ ਦਾ ਸਾਥ ਦਿਓ। ਤੇ ਰਹਿ ਗਈ ਗੱਲ ਇਸ ਬਿੱਲ ਦੀ, ਇਸ ਨੂੰ ਰੱਦ ਕਰਨ ਦਾ ਇੱਕ ਬਹੁਤ ਸਿੰਪਲ ਮੈਥਡ ਆ, ਜੇ ਸਾਰੇ ਜਣੇ ਮੰਨ ਲੈਣ ਤਾਂ, ਕਿਉਂਕਿ ਸਾਰੇ ਪਿੰਡਾਂ ਦੇ ਵਿੱਚੋਂ ਤੁਸੀਂ ਉੱਥੇ ਧਰਨਿਆਂ ਤੇ ਤਾਂ ਜਾ ਰਹੇ ਆ, ਤੇ ਜੇ ਕਿਤੇ, ਕਿਉਂਕਿ ਲੋਕਤੰਤਰ ਦੀ ਜੜ ਹੁੰਦੀ ਏ ਗ੍ਰਾਮ ਪੰਚਾਇਤ, ਹਰ ਇੱਕ ਪਿੰਡ ਪਾਰਲੀਮੈਂਟ ਦੇ ਕਿਸੇ ਵੀ ਕਾਨੂੰਨ ਨੂੰ ਚੁਣੌਤੀ ਦੇ ਸਕਦਾ, ਕੋਈ ਵੀ ਪਿੰਡ ਗ੍ਰਾਮ ਪੰਚਾਇਤ। ਉਹ ਤੁਸੀਂ ਆਪੋ ਆਪਣੇ ਪਿੰਡਾਂ ਦੀ ਗ੍ਰਾਮ ਪੰਚਾਇਤ ਆਮ ਇਜਲਾਸ ਕਰੋ, 7 ਦਿਨ ਦਾ ਹੁੰਦਾ, 30-31 ਤਰੀਕ ਤੱਕ ਜਾਨੀ ਪਹਿਲੀ ਤੱਕ ਹੋ ਜਾਏਗਾ, ਉਹਦੀ VOTING ਕਰਾਓ, VOTING ਕਰਾਉਣ ਤੋਂ ਬਾਅਦ ਮਤਾ ਪਾਓ, ਮਤਾ ਪਾ ਕੇ ਉਹਦੀ ਕਾਪੀ ਭੇਜੋ, ਕਿਉਂਕਿ 12,600 ਪਿੰਡ ਆ ਪੂਰੇ ਪੰਜਾਬ ਦੇ ਵਿੱਚ। ਹਰ ਇੱਕ ਪਿੰਡ ਦੇ ਪੰਚਾਇਤ ਜਾਨੀ ਸਰਪੰਚਾਂ ਨੂੰ ਬੇਨਤੀ ਆ, ਉੱਥੇ ਦੀ ਗ੍ਰਾਮ ਪੰਚਾਇਤ ਨੂੰ ਬੇਨਤੀ ਆ ਕਿ ਆਪੋ ਆਪਣੇ ਪਿੰਡ ਦਾ ਮਤਾ ਪਾਓ, ਤੇ ਉਸ ਮਤੇ ਦੀ ਕਾਪੀ DC, VDO, DDPO ਤੇ ਪੰਜਾਬ ਸਰਕਾਰ ਨੂੰ ਭੇਜੋ। ਉਹ ਯਾਰ ਇਹ ਬਿੱਲ ਉਦਾਂ ਹੀ ਰੱਦ ਕੀਤਾ ਜਾ ਸਕਦਾ, ਤੇ ਜਦੋਂ ਗ੍ਰਾਮ ਪੰਚਾਇਤ ਨੇ ਜਾਂ ਪੰਚਾਇਤ ਨੇ ਮਤਾ ਪਾਤਾ ਨਾ, ਤੇ ਸੁਪਰੀਮ ਕੋਰਟ, ਹਾਈ ਕੋਰਟ ਕੋਈ ਵੀ ਉਹਨੂੰ ਰੱਦ ਨਹੀਂ ਕਰ ਸਕਦੀ। ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪੋ ਆਪਣੇ ਪਿੰਡ ਦੇ ਵਿੱਚ ਆਮ ਇਜਲਾਸ ਸੱਦ ਕੇ, VOTING ਕਰਾ ਕੇ, ਮਤੇ ਪਾ ਕੇ ਉਹਨਾਂ ਦੀਆਂ ਕਾਪੀਆਂ ਭੇਜੋ, ਇਹ ਬਿੱਲ ਉਦਾਂ ਹੀ ਰੱਦ ਹੋ ਜਾਏਗਾ। ਬਾਕੀ ਰਹਿ ਗਈ ਗੱਲ ਵੀਰ ਮੇਰਿਓ, ਇਹਦੇ ਉੱਤੇ ਤੁਹਾਨੂੰ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਮੈਂ ਸਮਝਦਾ ਕਿ ਸਾਡੇ ਦੇਸ਼ ਲਈ ਅੰਨਦਾਤਾ ਹੁੰਦਾ ਕਿਸਾਨ, ਉਹ ਯਾਰ ਉਹਦੇ ਲਈ ਸਭ ਨੂੰ ਖੜਨਾ ਚਾਹੀਦਾ। ਮੋਦੀ ਜੀ
ਯਾਰ ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੋਦੀ ਜੀ ਵਿਆਹ ਕਰਾ ਲਓ ਯਾਰ, ਕਿਉਂਕਿ ਛੜਿਆਂ ਨੂੰ ਕੀ ਪਤਾ ਵੀਰੋ ਕਿ ਪਰਿਵਾਰ ਕਿੱਦਾਂ ਚੱਲਦੇ ਆ। ਉਹ ਯਾਰ ਕੋਈ ਲੱਭੋ ਇਹਨਾਂ ਵਾਸਤੇ ਬੁੱਢੀ ਵੱਡੀ ਯਾਰ, ਕਿਉਂਕਿ ਮੈਂ ਸਮਝਦਾ ਕਿ ਇਹਨਾਂ ਦੇ ਦਿਮਾਗ ਨੂੰ ਗਰਮੀ ਚੜ ਗਈ ਏ। ਮੋਦੀ ਜੀ ਸੱਚੀ ਤੁਸੀਂ ਵਿਆਹ ਕਰਾ ਲਓ ਯਾਰ, ਅਸੀਂ ਵੀ ਦੇਖੀਏ ਪ੍ਰਧਾਨ ਮੰਤਰੀ ਦਾ ਵਿਆਹ, ਸ਼ਾਇਦ ਉਸ ਤੋਂ ਬਾਅਦ ਤੁਸੀਂ ਵਧੀਆ ਡਿਸੀਜਨ ਲੈ ਸਕੋ, ਵਧੀਆ ਬਿੱਲ ਲਿਆ ਸਕੋ। ਸੱਚੀ ਕਰਾ ਲਓ ਯਾਰ। ਤੇ ਇੱਕ ਬੇਨਤੀ ਮੈਂ ਗੁਰਦਾਸਪੁਰੀਆਂ ਨੂੰ ਕਰਨੀ ਚਾਹੁੰਦਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਜਦੋਂ ਸਨੀ ਦਿਓਲ 2.5 ਕਿਲੋ ਦੇ ਹੱਥ ਵਾਲਾ ਆਵੇ ਤੇ ਇੰਨੀ ਸੇਵਾ ਪਾਣੀ ਕਰਨੀ ਹੈ ਕਿ 2.5 ਕਿਲੋ ਦਾ ਹੱਥ 250 ਗ੍ਰਾਮ ਦਾ ਹੋਣਾ ਚਾਹੀਦਾ। ਮੈਂ ਗੁਰਦਾਸਪੁਰੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਕਿਉਂਕਿ ਉਹਨੇ ਗੁਰਦਾਸਪੁਰ ਦਾ ਬਹੁਤ ਕੁਝ ਸਵਾਰ ਦਿੱਤਾ, ਬੜਾ ਸਟੈਂਡ ਲਿਆ। ਤੇ ਬਾਕੀ ਰਹਿ ਗਈ ਗੱਲ ਵੀਰ ਮੇਰਿਓ, ਅੱਜ ਮੈਂ ਕੋਈ ਬਿੱਲ ਦੀ ਡਿਟੇਲ ਨਹੀਂ ਤੁਹਾਡੇ ਅੱਗੇ ਰੱਖੀ। ਤੇ ਇੱਕ ਗੱਲ ਮੇਰੀ ਯਾਦ ਰੱਖਿਓ, ਉਹ ਵੀ ਦਿਨ ਦੂਰ ਨਹੀਂ ਹੋਊਗਾ ਕਿ ਆ ਜਿਹੜੀਆਂ ਜ਼ਮੀਨਾਂ ਹਨਾ ਕਿਸਾਨਾਂ ਦੀਆਂ, ਇਹ ਵੀ ਇਦਾਂ ਮਿੰਟਾਂ ਦੇ ਵਿੱਚ ਐਕਵਾਇਰ ਕਰ ਲਈਆਂ ਜਾਣਗੀਆਂ। ਇਸ ਕਰਕੇ ਸਾਰਿਆਂ ਦੇ ਅੱਗੇ ਬੇਨਤੀ ਆ, ਸਾਰਿਆਂ ਦੇ ਅੱਗੇ, ਸਾਰੀ ਜਥੇਬੰਦੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਆ ਜੋ ਪ੍ਰੋਟੈਸਟ ਕਰ ਰਹੇ ਆ ਉਹਨੂੰ ਸ਼ਾਂਤੀਪੂਰਵਕ ਵੀ ਕਰਨਾ ਤੇ ਸੋਚ ਸਮਝ ਕੇ ਕਿ ਕਿਹੜੀ ਪਾਰਟੀ ਤੁਹਾਡੇ ਲਈ ਸਟੈਂਡ ਲੈਂਦੀ ਏ ਉਹਨੂੰ ਹੀ ਵੋਟ ਪਾਉਣੀ ਏ, ਜਿਹੜੀ ਮਰਜ਼ੀ ਹੋਵੇ, ਚਾਹੇ ਅਕਾਲੀ ਦਲ, ਕਾਂਗਰਸੀ, ਆਮ ਆਦਮੀ, ਕੋਈ ਵੀ ਆ, ਜਿਹੜਾ ਵੀ ਸਾਡੇ ਵਾਸਤੇ ਸਹੀ ਤਰੀਕੇ ਨਾਲ ਖੜਦਾ ਅਸੀਂ ਉਹਨੂੰ ਸਪੋਰਟ ਕਰਨੀ ਹੈ। ਇਸ ਕਰਕੇ ਇਸ ਗੱਲ ਨੂੰ ਕਦੀ ਨਹੀਂ ਭੁੱਲਣਾ, ਬੋਤਲ ਪਿੱਛੇ ਨਹੀਂ ਵਿਕਣਾ ਮੇਰੇ ਵੀਰੋ, ਬੋਤਲ ਪਿੱਛੇ ਨਹੀਂ ਵਿਕਣਾ। ਤੇ ਰਹਿ ਗਈ ਗੱਲ ਬਸ ਇਹ ਸਾਰੀਆਂ ਗੱਲਾਂ ਦਾ ਫੈਸਲਾ ਤੁਸੀਂ ਕਰਨਾ। ਪ੍ਰੋਟੈਸਟ ਲੰਬਾ ਵੀ ਚੱਲ ਸਕਦਾ ਏ, ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹਿ ਚੁੱਕਾ ਕਿ ਹਰ ਪੰਚਾਇਤ ਮਤਾ ਪਾਵੇ, ਪਾ ਕੇ ਤਾਂ ਦੇਖੋ ਬਿੱਲ ਇਦਾਂ ਉੱਡੇਗਾ। ਤੇ ਸਾਰੇ ਪੰਚਾਇਤਾਂ ਨੂੰ ਵੀ ਬੇਨਤੀ ਆ, ਸਾਰੇ ਜਥੇਬੰਦੀਆਂ ਨੂੰ ਵੀ ਬੇਨਤੀ ਆ ਕਿ ਆਪਣੇ ਦਿਲ ਦੇ ਵਿੱਚ ਇੱਕ ਗੱਲ ਜ਼ਰੂਰ ਰੱਖਣੀ ਏ, ਵੋਟ ਉਹਨੂੰ ਪਾਉਣੀ ਏ ਜਿਹੜਾ ਸਾਥ ਦਿੰਦਾ ਏ। ਤੇ ਬਾਕੀ ਇਸ ਗੱਲ ਦਾ ਫੈਸਲਾ ਵੀਰੋ ਤੁਸੀਂ ਸਭ ਨੇ ਹੀ ਕਰਨਾ ਆ, ਤੁਸੀਂ ਸਭ ਨੇ ਕਰਨਾ। ਬਾਕੀ ਮੇਰੇ ਵਰਗੇ ਦਾ ਕੀ ਏ, ਮੈਂ ਤਾਂ ਐਵੇਂ ਗੱਡੀ 'ਚ ਬੈਠ ਕੇ ਚਵਲਾ ਮਾਰ ਜਾਂਦਾ ਕਿ ਨਹੀਂ ਵੀਰੋ, ਬਹੁਤੇ ਤਾਂ ਮੈਨੂੰ ਪਸੰਦ ਹੀ ਨਹੀਂ ਕਰਦੇ। ਪਰ ਚਲੋ ਖੈਰ, ਮੈਂ ਸਭ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਲਾਓ, ਕਿਸਾਨਾਂ ਨਾਲ ਖੜੋ, ਸਾਰੇ ਹੀ ਖੜੋ। ਓਕੇ ਜੀ, ਥੈਂਕ ਯੂ।